ਵੈਲਕਮ ਬੈਕ ਦੋਸਤੋ, ਇੱਕ ਵਾਰ ਫਿਰ ਰੇਡੀਓ ਸਪਾਈਸ ਦੀਆਂ ਮਹਿਫਲਾਂ ਦੇ ਵਿੱਚ ਪਰਮਿੰਦਰ ਸਿੰਘ ਪਾਪਾ ਟੋਏ ਵੱਲੋਂ ਪ੍ਰੋਗਰਾਮ ਨਿਊਜ਼ੀਲੈਂਡ ਇਸ ਵੀਕ ਦੇ ਦੌਰਾਨ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਖੈਰ ਮਕਦਮ। ਔਰ ਇਸ ਵੇਲੇ ਇਹਨਾਂ ਮਹਿਫਲਾਂ ਦੇ ਵਿੱਚ ਜਿਵੇਂ ਪਹਿਲਾਂ ਜ਼ਿਕਰ ਹੋਇਆ ਸੀ, ਰੀਅਲ ਏਸਟੇਟ ਦੇ ਖੇਤਰ ਦੇ ਵਿੱਚ ਸਾਡੇ ਆਪਣੇ ਪੰਜਾਬੀ ਮੂਵੀ ਗੁਰੂ ਕੀ ਨਗਰੀ ਅੰਮ੍ਰਿਤਸਰ ਸਾਹਿਬ ਤੋਂ ਨੌਜਵਾਨ ਲੜਕੀ ਜਪਨੀਤ ਕੌਰ ਜਿਹੜੀ ਹੈ ਰੇ ਵਾਈਟ ਕਰਾਕਾ ਦੇ ਨਾਲ ਆਪਣਾ ਫਰਜ਼ ਨਿਭਾ ਰਹੀ ਹੈ। ਔਰ ਇਕੱਲਾ ਕਮਰਸ਼ੀਅਲ ਦ੍ਰਿਸ਼ਟੀਕੋਣ ਤੋਂ ਇਸ ਨੂੰ ਜੇ ਅਸੀਂ ਨਾ ਦੇਖੀਏ, ਹੋਰ ਬਹੁਤ ਕੁਝ ਹੈ ਜਿਹੜਾ ਜਪਨੀਤ ਕਰ ਰਹੀ ਹੈ। ਅੱਗੇ ਚੱਲ ਕੇ ਉਹਦੇ ਬਾਰੇ ਵੀ ਜਾਣਕਾਰੀਆਂ ਸਾਂਝੀਆਂ ਕਰਾਂਗੇ। ਬਹਿਰਾਮ ਜਪਨੀਤ ਦੇ ਨਾਲ ਜਾਣ ਪਛਾਣ ਕਰਦੇ ਹਾਂ ਤੇ ਫਤਿਹ ਬੁਲਾਉਂਦੇ ਹਾਂ। ਜਪਨੀਤ ਕੌਰ, ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਪਰਮਿੰਦਰ ਜੀ। ਥੈਂਕ ਯੂ ਟਾਈਮ ਦੇਣ ਲਈ ਔਰ ਇਹ ਓਪਰਚੁਨਿਟੀ ਦੇਣ ਲਈ ਐਂਡ ਮੇਰੇ ਨਾਲ ਗੱਲਾਂ ਕਰਨ ਲਈ। ਕੀ ਬਾਤ ਹੈ, ਬੜਾ ਚੰਗਾ ਲੱਗ ਰਿਹਾ। ਤੁਸੀਂ ਤੁਹਾਨੂੰ ਪੋਸਟਰਾਂ ਦੇ ਵਿੱਚ ਦੇਖਿਆ ਤੇ ਖਾਸ ਤੌਰ ਤੇ ਜਦੋਂ ਆਪਾਂ ਇਹਨਾਂ ਮੁਲਕਾਂ 'ਚ ਦੇਖਦੇ ਹਾਂ ਜਪਨੀਤ, ਆਊਟ ਆਫ ਦਾ ਬਲੂ ਮੈਂ ਇਹ ਗੱਲ ਕਰਨ ਲੱਗਾ, ਸਾਡੇ ਇੱਥੇ ਸਾਡੀਆਂ ਬਹੁਤ ਸਾਰੀਆਂ ਜਿਹੜੀਆਂ ਨਿਊਜ਼ੀਲੈਂਡ ਦੀਆਂ ਔਰਤਾਂ ਨੇ ਜਾਂ ਆਸਟ੍ਰੇਲੀਆ ਦੀਆਂ ਔਰਤਾਂ ਨੇ, ਪਿਛਲੇ ਦਿਨ ਅਸੀਂ ਇੱਕ ਕੈਂਪੇਨ ਰਨ ਕੀਤੀ, ਉਹਦੇ ਵਿੱਚ ਰੇਡੀਓ ਸਪਾਈਸ ਨੇ ਕਾਫੀ ਸਪੋਰਟ ਕੀਤਾ ਬ੍ਰੈਸਟ ਕੈਂਸਰ ਨੂੰ ਲੈ ਕੇ। ਤਾਂ ਮੈਂ ਜਦੋਂ ਤੁਹਾਡੀ ਪਿੰਕ ਅੱਜ ਜੈਕਟ ਦੇਖੀ ਤਾਂ ਮੈਨੂੰ ਚੰਗਾ ਲੱਗਾ। ਔਰ ਘੱਟੋ ਘੱਟ ਇੱਕ ਗੱਲ ਜਿਹੜੀ ਆ ਉਹਦਾ ਸਿਗਨੀਫਿਕੈਂਟ ਤੁਹਾਡੇ ਜ਼ਿਹਨ ਦੇ ਵਿੱਚ ਆਉਂਦਾ, ਤੁਹਾਡੇ ਦਿਮਾਗ 'ਚ ਉਹ ਚੀਜ਼ ਕਲਿੱਕ ਕਰਦੀ ਕਿ ਹਾਂ ਹਾਲੇ ਬਹੁਤ ਕੁਝ ਕੀਤਾ ਜਾਣਾ ਚਾਹੀਦਾ। ਔਰ ਇੱਕ ਹਿੱਸੇ ਲਈ ਤੁਸੀਂ ਕਰ ਵੀ ਰਹੇ ਆ। ਅੱਗੇ ਚੱਲ ਕੇ ਮੈਂ ਉਹਦਾ ਜ਼ਿਕਰ ਜਿਹੜਾ ਆਪਣੇ ਸਰੋਤਿਆਂ ਨਾਲ ਤੇ ਦੇਖਣ ਵਾਲੇ ਦਰਸ਼ਕਾਂ ਦੇ ਨਾਲ ਜ਼ਰੂਰ ਕਰਾਂਗਾ। ਬਹਰਹਾਲ ਰੇ ਵਾਈਟ ਕਰਾਕਾ ਦੇ ਨਾਲ ਹੀ ਜਪਨੀਤ ਕੌਰ ਕਿਉਂ ਰੀਅਲ ਏਸਟੇਟ ਦੇ ਖੇਤਰ 'ਚ ਆਈ, ਉੱਥੋਂ ਸ਼ੁਰੂਆਤ ਕਰਦੇ ਹਾਂ। ਸੋ ਰੀਅਲ ਏਸਟੇਟ ਦੀ ਜਰਨੀ ਇੱਕਦਮ ਸ਼ੁਰੂ ਨਹੀਂ ਹੋਈ ਸੀ। ਅੱਛਾ। ਇਹ ਵੀ ਕਾਫੀ ਹਾਰਡ ਵਰਕ, ਕਾਫੀ ਐਕਸਪੀਰੀਐਂਸਸ, ਕਾਫੀ ਡਿਫਰੈਂਟ ਜੌਬਸ ਕਰਕੇ ਇੱਥੇ ਤੱਕ ਪਹੁੰਚੇ ਆ। ਗੁੱਡ। ਕੁਝ ਮੈਂਟਰਸ ਨੇ, ਅੱਛਾ, ਕੁਝ ਇਨਸਪੀਰੇਸ਼ਨਸ ਨੇ ਜਿਨ੍ਹਾਂ ਨੇ ਮੈਨੂੰ ਇੱਥੇ ਤੱਕ ਪਹੁੰਚਾਇਆ। ਸੋ ਜਰਨੀ ਐਵੇਂ ਸ਼ੁਰੂ ਹੋਈ 10 ਸਾਲ ਪਹਿਲੇ ਨਿਊਜ਼ੀਲੈਂਡ ਆਏ। ਅੱਛਾ। ਐਜ਼ ਅ ਸਟੂਡੈਂਟ, ਜੋ ਤੁਸੀਂ ਰਿਲੇਟ ਕਰ ਸਕਦੇ ਹੋ, ਸੀ ਮੋਸਟਲੀ ਸਾਰੇ ਸ਼ੁਰੂਆਤ ਉੱਥੇ ਹੁੰਦੀ ਹੈ। ਹਾਂਜੀ। ਸੋ ਆ ਕੇ ਟੀਚਿੰਗ ਕੀਤੀ ਹੈ। ਅੱਛਾ। ਕਾਫੀ ਹਾਰਡ ਵਰਕ, ਕਾਫੀ ਐਕਸਪੀਰੀਐਂਸਸ ਕਰਕੇ ਠੀਕ ਹੈ ਜੀ। ਆਪਣੇ ਫਾਦਰ ਲਈ ਮੈਂ ਬਿਜ਼ਨੈਸਸ ਵੀ ਸਟਾਰਟ ਕੀਤੇ ਨੇ। ਅੱਛਾ। ਜਸਟ ਟੂ ਸੇ ਹਿਮ ਥੈਂਕ ਯੂ, ਜੋ ਉਹਨਾਂ ਨੇ ਮੈਨੂੰ ਪੂਰੀ ਲਾਈਫ ਦਿੱਤੀ ਹੈ, ਜੋ ਉਹਨਾਂ ਨੇ ਮੈਨੂੰ ਵੈਲਿਊਜ਼, ਏਥਿਕਸ, ਜੋ ਹਾਰਡ ਵਰਕ ਸਿਖਾਇਆ ਹੈ। ਸੋ ਉਹ ਸਭ ਉਹਨਾਂ ਲਈ ਕੀਤਾ। ਐਂਡ ਦੈਨ ਮੈਂ ਕਾਫੀ ਡੇ ਕੇਅਰਸ ਔਰ ਪ੍ਰੀ ਸਕੂਲਸ ਵੀ ਡਿਜ਼ਾਈਨ ਕੀਤੇ ਨੇ। ਅੱਛਾ। ਸੋ ਡਿਜ਼ਾਈਨ ਇਨ ਦ ਸੈਂਸ ਲਾਈਕ ਇੰਟੀਰੀਅਰ ਡੈਕੋਰੇਸ਼ਨ। ਇੰਟੀਰੀਅਰ ਡਿਜ਼ਾਈਨ। ਅੱਛਾ। ਸੋ ਕਾਫੀ ਸ਼ੌਂਕ ਰਿਹਾ ਹੈ। ਵੈਰੀ ਗੁੱਡ। ਐਂਡ ਇਨੀਸ਼ੀਅਲ ਸਟੇजेस ਪਾਰ ਕਰਕੇ ਆਪਣੇ ਵੀਜ਼ੇ ਲਗਵਾ ਕੇ। ਗੁੱਡ ਟੂ ਨੋ ਦਿਸ। ਸੋ ਬੇਸਿਕਲੀ ਸੀ ਜਿਹੜਾ ਸਾਰਾ ਆਪਣਾ ਸਿਟੀਜ਼ਨਸ਼ਿਪ ਔਰ ਜੋ ਗੋਲਸ ਅਚੀਵ ਕਰਦੇ ਆ ਜੀ। ਸੋ ਉਸ ਤੋਂ ਬਾਅਦ ਆਈ ਵਾਸ ਲਾਈਕ ਓਕੇ, ਹੁਣ ਮੇਰਾ ਟਾਈਮ ਹੈ, ਹੁਣ ਮੈਂ ਕੀ ਕਰ ਸਕਦੀ। ਦਿਸ ਇਜ਼ ਮਾਈ ਟਾਈਮ ਟੂ ਸ਼ਾਈਨ। ਐਂਡ ਡਿਜ਼ਾਈਨਿੰਗ ਹੈਜ਼ ਬੀਨ ਮਾਈ ਗੋ ਟੂ। ਅੱਛਾ। ਐਂਡ ਮਾਈ ਫਾਦਰ ਡਜ਼ ਡਿਵੈਲਪਮੈਂਟ ਇੰਡੀਆ 'ਚ। Oh, okay. So inspiration. So back in Amritsar? Back in Amritsar. Very good. So ਉਹ ਦੋਨਾਂ ਨੂੰ ਮਿਕਸ ਕਰਕੇ I was like okay, let's do real estate. Very good. So well done. real estate ਕਰਕੇ 2 ਸਾਲ ਹੋ ਗਏ ਨੇ। ਅੱਛਾ। And I've been in this industry. ਅੱਛਾ। ਮੈਂ ਕਾਫੀ ਲੋਕਾਂ ਦੀ ਸਪੋਰਟ ਕਰ ਰਹੀ ਹਾਂ, ਕਾਫੀ ਹੈਲਪ ਕਰ ਰਹੀ ਹਾਂ, ਕਿਉਂਕਿ ਇਹ ਪ੍ਰੋਸੈਸ ਇਜ਼ ਨਾਟ ਈਜ਼ੀ। ਅੱਛਾ ਜਪਨੀਤ, ਇੱਕ ਸਵਾਲ ਵਾਰ-ਵਾਰ ਆਉਂਦਾ ਜਦੋਂ ਰੀਅਲ ਏਸਟੇਟ ਦੇ ਨਾਲ ਜੁੜੇ ਹੋਏ ਕੋਈ ਵੀ ਸਾਡਾ ਭਰਾ ਜਾਂ ਭੈਣ ਸਟੂਡੀਓ ਦੇ ਵਿੱਚ ਆਉਂਦੇ ਆ। ਮੈਂ ਦੇਖ ਰਿਹਾ ਜਿਹੜੇ ਫਸਟ ਹੋਮ ਬਾਇਰਸ ਨੇ ਸਾਡੇ, ਓਬਵੀਅਸਲੀ ਜਿਹੜੇ ਮਾਈਗ੍ਰੈਂਟਸ ਨੇ, ਉਹਨਾਂ ਦਾ ਇੱਕ ਮੁਕਾਮ ਹਾਸਲ ਕਰਨ ਦਾ ਸੁਪਨਾ ਹੁੰਦਾ ਕਿ ਚਲੋ ਸਾਡਾ ਸੁਪਨਿਆਂ ਦਾ ਘਰ ਜਿੰਨੀ ਛੇਤੀ ਹੋ ਸਕੇ ਅਸੀਂ ਆਪਣਾ ਬਾਏ ਕਰ ਲਈਏ। ਲੇਕਿਨ ਹੁਣ ਇਹ ਕੰਮ ਉਹਨਾਂ ਸੌਖਾ ਨਹੀਂ ਰਿਹਾ। ਜਿਹੜੇ ਫਸਟ ਹੋਮ ਬਾਇਰਸ ਨੇ ਉਹਨਾਂ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਉਹਨਾਂ ਨੂੰ ਕਿਹੜੇ ਟਿਪਸ ਦੇਣਾ ਚਾਹੁੰਦੇ ਹੋ ਤਾਂ ਕਿ ਉਹ ਛੇਤੀ ਨਾਲ ਤਾਂ ਖੈਰ ਹੁਣ ਔਖਾ ਹੀ ਹੋ ਗਿਆ, ਆਕਲੈਂਡ 'ਚ ਆਪਾਂ ਜਾਣਦੇ ਹੀ ਹਾਂ, ਆਕਲੈਂਡ ਦੇ ਆਸ-ਪਾਸ ਵੀ ਔਖਾ ਹੋ ਗਿਆ, ਲੇਕਿਨ ਕਿਉਂਕਿ ਤੁਸੀਂ ਕਰਾਕਾ ਦੇ ਵਿੱਚ ਤੇ ਆਕਲੈਂਡ ਵਾਈਡ ਆਪਣੀਆਂ ਸੇਵਾਵਾਂ ਦੇ ਰਹੇ ਹੋ, ਫਸਟ ਹੋਮ ਬਾਇਰਸ ਦੇ ਵਾਸਤੇ ਤੁਹਾਡੇ ਕੀ ਟਿਪਸ ਨੇ? ਮੋਸਟ ਇੰਪੋਰਟੈਂਟ ਯਾਦ ਰੱਖਣਾ ਚਾਹੀਦਾ ਹੈ ਕਿ ਪ੍ਰੋਪਰਟੀ ਇਜ਼ ਆਰ ਬਿਗੇਸਟ ਐਸੈਟ। ਐਂਡ ਜਦੋਂ ਅਸੀਂ ਦੂਸਰੀ ਕੰਟਰੀ 'ਚ ਆਉਂਦੇ ਹਾਂ, ਉਹ ਇੱਕ ਬੜੀ ਜ਼ਰੂਰੀ ਚੀਜ਼ ਹੋ ਜਾਂਦੀ ਹੈ ਜੀ। ਇਟਸ ਨਾਟ a house. Okay. It's not एक asset, but ਉਹ ਸਾਡੀ ਫਿਊਚਰ ਦੀ ਸਿਕਿਉਰਿਟੀ ਬਣ ਜਾਂਦੀ ਹੈ। Okay. So personally ਮੈਂ ਇਸ ਐਕਸਪੀਰੀਅੰਸ ਤੋਂ ਗਈ ਹਾਂ। ਅੱਛਾ। ਐਂਡ ਜਦੋਂ ਤੁਸੀਂ ਆਪਣਾ ਘਰ ਬਾਏ ਕੀਤਾ। ਹਾਂਜੀ। ਐਂਡ ਆਈ ਨੋ ਕਿ ਇਹ ਪ੍ਰੋਸੈਸ ਬੜਾ ਸਟ੍ਰੈਸਫੁਲ ਹੋ ਸਕਦਾ ਹੈ। ਐਂਡ ਜੇ ਤੁਹਾਨੂੰ ਰਾਈਟ ਗਾਈਡੈਂਸ, ਇੱਕੋ ਟਾਈਮ ਤੇ ਖੁਸ਼ੀ ਵੀ ਹੁੰਦੀ ਹੈ ਕਿ ਚਲੋ ਯਾਰ ਆਪਣਾ ਘਰ ਲੈਣ ਜੋਗੇ ਹੋ ਗਿਆ। ਇੱਕੋ ਟਾਈਮ ਤੇ ਜਿਹੜੇ ਹਿਡਨ ਖਰਚੇ ਆ
ਉਹਨਾਂ ਦਾ ਫਿਕਰ ਪੈਣਾ ਸ਼ੁਰੂ ਹੋ ਜਾਂਦਾ, ਹਾਂਜੀ। ਅੱਛਾ ਯਾਰ ਵਾਟਰ ਬਿੱਲ ਵੀ ਆ ਗਿਆ, Council ਕੌਂਸਲ ਦੇ rates। ਰੇਟਸ ਵੀ ਦੇਣੇ ਪੈਣੇ ਆ, ਫਿਲ ਗਵਰਨਿੰਗ ਕਹਿੰਦੇ ਪੈਸੇ ਹੈ ਨਹੀਂ ਕੌਂਸਲ ਕੋ, ਹਾਂਜੀ। ਥਿੰਗਸ ਲਾਈਕ ਦੈਟ ਨਾ। ਹਾਂਜੀ। ਸੋ ਹਾਊ ਵਾਸ ਇਟ? It was a mixed emotion. ਅੱਛਾ। So ਗਾਈਡ ਕਰਨ ਲਈ ਕੋਈ ਸੀ ਨਹੀਂ, ਹਾਂ ਸੋ ਹਾਂ ਬਹੁਤ ਸਟ੍ਰੈਸਫੁਲ ਲੱਗਾ। ਹਾਂ ਐਂਡ ਉੱਥੋਂ ਮੈਨੂੰ ਫੀਲ ਹੋਇਆ that ਹਾਂ। I need to help। ਵੈਰੀ ਗੁੱਡ। ਜੇ ਮੈਂ ਗਾਈਡ ਕਰ ਸਕਦੀ ਹਾਂ ਰਾਈਟ ਵੇ ਨਾਲ, ਜੇ ਹਾਂ। ਮੈਂ ਹੈਲਪ ਕਰ ਸਕਦੀ ਹਾਂ ਔਰ ਇਹ ਪ੍ਰੋਸੈਸ ਅਚੀਵ ਕਰਨ 'ਚ ਤੁਹਾਡੀ ਹੈਲਪ ਕਰ ਸਕਦੀ ਹਾਂ, ਸ਼ਾਬਾਸ਼, that is my motivation। ਵੈਲ ਡਨ। ਔਰ ਇਹਦੀ ਬੜੀ ਜ਼ਰੂਰਤ ਹੈ ਅੱਜ ਜਪਨੀਤ। ਅੱਜ ਜਿਹੜੀ ਫਰਸਟ੍ਰੇਸ਼ਨ ਚੋਂ, ਜਿਹੜੀ ਮਿਹਨਤ ਮੁਸ਼ੱਕਤ ਦੇ ਵਿੱਚੋਂ ਐਥਨਿਕ ਬੈਕਗਰਾਊਂਡ ਤੋਂ ਆਏ ਲੋਕ ਜਾਂ ਮਾਈਗ੍ਰੈਂਟਸ ਜਿਹੜੇ ਗੁਜ਼ਰਦੇ ਨੇ, ਓਬਵੀਅਸਲੀ ਉਹਨਾਂ ਨੂੰ ਬਹੁਤ ਘੱਟ ਲੋਕ ਨੇ ਜਿਹੜੇ ਫ੍ਰੀ ਦੇ ਵਿੱਚ ਗਾਈਡ ਕਰਦੇ ਆ ਜਾਂ ਉਹਨਾਂ ਨੂੰ ਮਸ਼ਵਰਾ ਦਿੰਦੇ ਆ ਕਿ ਚਲੋ ਇਦਾਂ ਨਹੀਂ ਇਦਾਂ ਕਰ ਲਓ ਤਾਂ ਕਿ ਛੇਤੀ ਨਾਲ ਆਪਣੀ ਮੰਜ਼ਿਲ ਤੇ ਪਹੁੰਚ ਸਕਣ। ਹਾਂਜੀ। ਸੋ ਅੱਗੇ ਚੱਲ ਕੇ ਮੈਂ ਫਿਰ ਜ਼ਰੂਰ ਥੋੜੇ ਹੋਰ ਟਿਪਸ ਚਾਹੁੰਦਾ। ਫਸਟ ਹੋਮ ਬਾਇਰਸ ਨੇ ਜਦੋਂ ਪਹਿਲਾ ਘਰ ਖਰੀਦਣਾ, ਉਹ ਕਿਹੜੀਆਂ ਗੱਲਾਂ ਦਾ ਖਿਆਲ ਰੱਖਣ? ਦੇਖੋ, ਮੇਜਰਲੀ ਇੰਪੋਰਟੈਂਟ ਹੈ ਕਿ ਤੁਸੀਂ ਕਿੰਨਾ ਇੱਕ ਪੈਸੇ ਖਰਚ ਸਕਦੇ ਹੋ, ਠੀਕ ਹੈ, ਠੀਕ ਹੈ ਸੋ ਬਜਟ ਪਤਾ ਹੋਣਾ ਬਹੁਤ ਜ਼ਰੂਰੀ ਹੈ ਜੀ। ਦੂਸਰੀ ਚੀਜ਼, ਤੁਹਾਡੀ ਨਾਨ ਨੈਗੋਸ਼ੀਏਬਲਸ ਕੀ ਹੈਗੇ ਨੇ, ਅੱਛਾ ਜੀ, ਰਿਸਰਚ ਕਰਨੀ ਬਹੁਤ ਜ਼ਰੂਰੀ ਹੈ। ਠੀਕ ਹੈ ਜੀ। ਤੁਹਾਨੂੰ ਕਿੰਨੇ ਬੈਡਰੂਮਸ ਚਾਹੀਦੇ ਨੇ, ਕੀ ਸਬਬ ਚਾਹੀਦਾ ਨੇ, ਸਕੂਲਿੰਗ, ਤੁਹਾਡੇ ਕੰਮ ਕਿੱਥੇ ਨੇ। ਅੱਛਾ ਜੀ, ਸੋ ਉਹ ਸਾਰੇ ਜਦੋਂ ਤੁਸੀਂ ਨਾਨ ਨੈਗੋਸ਼ੀਏਬਲਸ ਇਕੱਠੇ ਕਰ ਸਕਦੇ ਹੋ, ਹਾਂਜੀ ਦੈਨ ਰਾਈਟ ਮੈਚ ਕਰਨਾ ਪ੍ਰੋਪਰਟੀ ਜੀ, ਔਰ ਤੁਹਾਡੇ ਬਜਟ ਦੇ ਅੰਦਰ ਇਜ਼ ਵੈਰੀ ਈਜ਼ੀ। ਓਕੇ। ਹਾਂਜੀ। ਸੋ ਜਦੋਂ ਰੀਅਲ ਏਸਟੇਟ ਦੀ ਗੱਲ ਚੱਲਦੀ ਹੈ, ਸਾਡੇ ਜਿਹੜਾ ਪੰਜਾਬੀ ਭਾਈਚਾਰਾ ਜਪਨੀਤ, ਕਾਫੀ ਲੋਕ ਪੁਰਾਣੇ ਵੀ ਆਏ ਹੋਏ ਆ, ਕਈਆਂ ਦੀ ਚੌਥੀ ਜਨਰੇਸ਼ਨ ਤੇ ਥਰਡ ਜਨਰੇਸ਼ਨ ਆ, ਜਾਂ ਈਵਨ ਦੋ ਜਿਹੜੇ 1986 ਦੇ ਵਿੱਚ ਜਦੋਂ ਪੰਜਾਬ ਦੇ ਵਿੱਚ ਕਾਲਾ ਦੌਰ ਸੀ, ਉਦੋਂ ਸਾਡੇ ਬਹੁਤ ਲੋਕ ਜਿਹੜੇ ਨੇ ਉਹ ਇੱਥੇ ਆਏ। ਉਹ ਹੁਣ ਬਾਬੇ ਦੀ ਕਿਰਪਾ ਨਾਲ ਪ੍ਰੋਪਰਟੀ ਇਨਵੈਸਟਰਸ ਬਹੁਤ ਬਣ ਗਏ ਉਹਨਾਂ ਦੇ ਵਿੱਚੋਂ। ਉਹਨਾਂ ਦੇ ਲਈ ਕੀ ਟਿਪਸ ਨੇ? ਦੇਖੋ, ਇਨਵੈਸਟਮੈਂਟ ਹਮੇਸ਼ਾ ਵਧੀਆ ਹੁੰਦੀ ਹੈ ਜੇ ਤੇ ਤੁਸੀਂ ਕਰ ਸਕਦੇ ਹੋ ਜੀ, ਈਜ਼ੀ, ਤੁਹਾਡੇ ਫਾਈਨੈਂਸ ਦੇ ਅੰਦਰ ਤੁਹਾਨੂੰ ਇਨਵੈਸਟਮੈਂਟ ਹੋ ਸਕਦੀ ਹੈ, ਦੈਨ ਵਾਈ ਨਾਟ। ਅੱਛਾ ਜੀ, फ्यूचर सिक्योरिटी है, लेकिन प्लीज अपने बजट्स, फैमिली, जॉब सारा कंसिडर करके ही इन्वेस्टमेंट लिए जाना। डू नॉट पुट योर फैमिली इन स्ट्रेस। ਕੀ ਬਾਤ ਆ। ਤੁਸੀਂ ਪਹਿਲੇ ਬੰਦੇ ਆ ਜਿਨ੍ਹਾਂ ਨੇ ਇਹ ਗੱਲ ਕਹੀ ਆ ਕਿ ਇਹਨਾਂ ਮੁਲਕਾਂ ਦੇ ਵਿੱਚ ਬੰਦਾ ਠੀਕ ਆ, ਮਿਹਨਤ ਕਰਦਾ, ਲੇਕਿਨ ਫੈਮਿਲੀ ਆਲਵੇਸ ਕਮਸ ਫਸਟ। ਪਰਿਵਾਰ ਨੂੰ ਜੇ ਤੁਸੀਂ ਟਾਈਮ ਨਹੀਂ ਦੇ ਪਾਏ, ਤੁਹਾਡਾ ਉਹ ਪੈਸਾ, ਤੁਹਾਡੀ ਉਹ ਨੱਠ ਭਜਾਈ ਜਿਹੜੀ ਆ ਨਾ, ਉਹ ਕਈ ਵਾਰੀ ਉਹਦਾ ਕੋਈ ਅਰਥ ਨਹੀਂ ਰਹਿ ਜਾਂਦਾ, ਹੈ ਨਾ, ਉਹਦਾ ਕੋਈ ਮੀਨਿੰਗ ਰਹਿ ਨਹੀਂ ਜਾਂਦਾ। ਐਨੀਵੇ, ਇਟਸ ਗੁੱਡ ਟੂ ਨੋ ਕਿ ਕੁੜੀ ਬਹੁਤ ਯੰਗ ਏਜ ਦੇ ਵਿੱਚ ਬਹੁਤ ਵਧੀਆ ਮੈਸੇਜ ਦੇ ਰਹੀ ਆ। ਜਿਵੇਂ ਪਹਿਲਾਂ ਮੈਂ ਜ਼ਿਕਰ ਕੀਤਾ ਸੀ ਤੁਹਾਡੇ ਨਾਲ ਦੋਸਤੋ, ਮੈਂ ਉਹ ਗੱਲ ਵੀ ਜਿਹੜੀ ਤੁਹਾਡੇ ਨਾਲ ਬਹੁਤ ਫਖਰ ਨਾਲ ਸਾਂਝੀ ਕਰਨੀ ਚਾਹੁੰਦਾ। ਇਹ ਬੜੇ ਮਾਣ ਵਾਲੀ ਗੱਲ ਹੈ। ਜਪਨੀਤ ਕੌਰ ਹੁਣੀ ਜਿਹੜੇ ਨੇ, ਇਹ ਥੋੜੇ ਬਹੁਤ ਨਹੀਂ, $1500 ਜਿਹੜਾ ਹੈ ਉਹ ਡੋਨੇਟ ਕਰਦੇ ਆ, ਜਿਹੜਾ ਕਿ ਤੁਹਾਡੇ ਪਸੰਦ ਦੀ ਕੋਈ ਚੈਰਿਟੀ ਹੋਵੇ ਜਾਂ ਫੰਡ ਰੇਜ਼ਰ ਇੱਦਾਂ ਦਾ ਹੋਵੇ ਜਿਹਦੇ ਵਿੱਚ ਜੈਨੂਅਲੀ ਜਿਹੜੀ ਆ ਉਹ ਕਿਸੇ ਦੀ ਮਦਦ ਹੋਣੀ ਚਾਹੀਦੀ ਹੈ। ਦਰਅਸਲ ਦੁਨੀਆ ਭਰ ਦੇ ਵਿੱਚ ਜਿਹੜਾ ਪ੍ਰਕੋਪ ਇਸ ਵਕਤ ਚੱਲਿਆ ਕੋਵਿਡ ਦਾ, ਉਹਦੇ ਜਿਹੜੇ ਪ੍ਰਭਾਵ ਨੇ ਉਹ ਕਿਸੇ ਤੋਂ ਲੁਕੇ ਛਿਪੇ ਨਹੀਂ ਰਹੇ। ਹੁਣ ਸਵਾਲ ਇੱਥੇ ਪੈਦਾ ਹੁੰਦਾ ਕਿ ਜਪਨੀਤ ਕੌਰ ਇਹ $1500 ਕਿਉਂ ਦੇ ਰਹੀ ਆ, ਵਜ੍ਹਾ ਕੀ ਆ? ਬਾਕੀ ਜਿਹੜੇ ਸਾਡੇ ਬੰਦੇ ਆ ਉਹਨਾਂ ਦੇ ਲਈ ਵੀ ਮੋਟੀਵੇਸ਼ਨ ਜ਼ਰੂਰ ਕਿਤੇ ਨਾ ਕਿਤੇ ਪੈਦਾ ਹੁੰਦੀ ਆ ਜਦੋਂ ਕੋਈ ਬੰਦਾ ਇਦਾਂ ਦੇ ਮਿਸ਼ਨ ਜਿਹੜੇ ਆ ਉਹ ਲੈ ਕੇ ਚੱਲਦਾ। ਜਪਨੀਤ, ਇਹ ਆਈਡੀਆ ਤੁਹਾਡੇ ਜ਼ਿਹਨ 'ਚ ਆਇਆ ਕਿੱਥੋਂ? ਕਿਉਂਕਿ $1500, $1500 such a big amount actually. पैसे कोई लेकर नहीं जा रहा अपने नाल, सारा इत्थे छोड़ के जा रहा है। क्या बात है। मेन रीजन इस कैंपेन दा है, मैं पर्सनली, मेरी अपनी फैमिली इंडिया च है और कोविड बड़ी कोल आ गया सी साडे भी, एंड कुछ बड़े इंपॉर्टेंट फैमिली मेंबर्स भी हिट हुए ने मेरे। अच्छा, सो आई नो, सो दूर बैठा बंदा वैसे ही बड़ा मजबूर ਹੁੰਦਾ ਕਿ ਯਾਰ ਸਿਰਫ ਵੀਡੀਓ ਕਾਲ ਤੇ ਦੇਖ ਸਕਦੇ ਆ ਜਾਂ ਥੋੜੀ ਬਹੁਤ ਗੱਲ ਹੋ ਸਕਦੀ ਆ ਕਿਉਂਕਿ ਆਪਾਂ ਬਹੁਤ ਦੂਰ ਬੈਠੇ ਆ। ਹਾਂਜੀ। ਔਰ ਉਹ ਟਾਈਮ ਤੁਹਾਨੂੰ ਦੱਸਦਾ ਹੈ ਕਿ ਤੁਸੀਂ ਦੂਰ ਬੈਠੇ ਮਿਲ ਤੇ ਨਹੀਂ ਸਕਦੇ ਹੋ, ਪਰਸਨਲੀ ਉੱਥੇ ਹੋ ਕੇ ਸਪੋਰਟ ਨਹੀਂ ਕਰ ਸਕਦੇ ਹੋ, ਬਟ ਕਿਸ ਤਰ੍ਹਾਂ ਤੁਸੀਂ ਹੈਲਪ ਕਰ ਸਕਦੇ ਹੋ, ਔਰ ਸਾਰੀ ਮਨੁੱਖਤਾ ਦੀ ਹੈਲਪ। ਹਾਂਜੀ, ਇਹ ਨਹੀਂ ਕਿ ਸਿਰਫ ਇੱਕ ਵਿਅਕਤੀ ਵਿਸ਼ੇਸ਼ ਦੀ ਜਾਂ ਆਪਣੇ ਪਰਿਵਾਰਕ ਮੈਂਬਰ ਦੀ। ਅੱਜ ਜਿਹੜਾ ਸਮਾਂ ਆ ਜਪਨੀਤ, ਉਹਦੇ ਵਿੱਚ ਸਾਨੂੰ ਵੱਡੇ ਕੈਨਵਸ ਤੇ ਜ਼ਿੰਦਗੀ ਨੂੰ ਦੇਖਣ ਦੀ ਜ਼ਰੂਰਤ ਹੈ। ਦੁਨੀਆ ਭਰ ਦੇ ਵਿੱਚ ਲੋਕ, ਚਾਹੇ ਆਕਸੀਜਨ ਕਨਸੈਂਟਰੇਟਸ ਦੀ ਗੱਲ ਚੱਲਦੀ ਆ, ਚਾਹੇ ਕਿਸੇ ਹੋਰ ਲੰਗਰ ਦੀ ਗੱਲ ਚੱਲਦੀ ਆ, ਕਿਸੇ ਵੀ ਤਰ੍ਹਾਂ, ਬਾਈ ਆਲ ਮੀਨਸ ਇਸ ਵੇਲੇ ਲੋਕਾਂ ਨੂੰ ਮਦਦ ਦੀ ਜ਼ਰੂਰਤ ਹੈ। ਔਰ ਇਹ ਮਦਦ ਜਿਹੜੀ ਹੈ ਛੋਟੀ ਮਦਦ ਨਹੀਂ, ਔਰ ਇਹਦੇ ਵਿੱਚ ਟਰਾਂਸਪੇਰੈਂਸੀ ਜਿਹੜੀ ਹੈ ਮੈਨੂੰ ਇਹ ਬਹੁਤ ਚੰਗੀ ਲੱਗੀ ਪਰਸਨਲੀ
especially when you say okay, let's do this together. Yeah. For every property listed and sold with Japneet Kaur, $1,500 will be donated to the choice of your charity or support a fundraiser. This is really huge task, huge mission, and we wish you all the best, Japneet, ਇਹਦੇ ਲਈ। Thank you so much. ਜਿਹੜੀ ਸਾਡੇ ਪ੍ਰੋਪਰਟੀ ਇਨਵੈਸਟਮੈਂਟ ਦੀ ਗੱਲ ਚੱਲਦੀ ਹੈ, ਫਸਟ ਹੋਮ ਬਾਇਰਸ ਦੀ ਗੱਲ ਹੋ ਗਈ, ਸਰਕਾਰ ਜਿਹੜੀ ਆ ਉਹ ਪ੍ਰੋਪਰਟੀ ਇਨਵੈਸਟਮੈਂਟ ਦੇ ਉੱਤੇ ਆਪਣੇ ਵੱਲੋਂ ਕਾਫੀ ਲਗਾਮ ਕੱਸ ਰਹੀ ਹੈ। ਤੁਸੀਂ ਨੋਟਿਸ ਕੀਤਾ ਹੋਣਾ, ਹਾਂਜੀ। ਨਵੇਂ ਕਾਨੂੰਨ ਬਣ ਰਹੇ, ਰੂਲਸ ਐਂਡ ਰੈਗੂਲੇਸ਼ਨਸ ਬਣ ਰਹੇ ਆ। ਈਵਨ ਦੋ ਜਿਹੜੇ ਰੀਅਲ ਐਸਟੇਟ ਦੇ ਵਿੱਚ ਵੀ ਤੁਹਾਡੇ ਵਰਗੇ ਜਿਹੜੇ ਪ੍ਰੋਫੈਸ਼ਨਲ ਲੋਕ ਆ, ਉਹਨਾਂ ਨੂੰ ਵੀ ਐਥੀਕਲੀ ਬਹੁਤ ਕੁਝ ਫੋਲੋ ਕਰਨਾ ਪੈਂਦਾ। ਸੋ ਹਾਊ ਡੂ ਯੂ ਫੀਲ ਅਬਾਊਟ ਇਟ? ਇਹ ਚੰਗੀ ਚੀਜ਼ ਆ ਜਾਂ ਮਾੜੀ ਚੀਜ਼ ਆ? ਤੁਸੀਂ ਇਹਨੂੰ ਕਿਵੇਂ ਦੇਖਦੇ ਹੋ? ਦੇਖੋ, ਪ੍ਰੋਪਰਟੀ ਮਾਰਕੀਟ ਉੱਪਰ ਜਾਂਦੀ ਹੈ, ਥੱਲੇ ਆਉਂਦੀ ਹੈ ਜੀ, ਐਂਡ ਗਵਰਨਮੈਂਟ ਹਮੇਸ਼ਾ ਟਰਾਈ ਕਰਦੀ ਹੈ ਕਿਸੇ ਤਰ੍ਹਾਂ ਇਹਨੂੰ ਕੰਟਰੋਲ 'ਚ ਰੱਖਿਆ ਜਾਏ। ਹਾਂ ਲੇਕਿਨ ਸਾਡੀ ਸਪਲਾਈ ਐਂਡ ਡਿਮਾਂਡ ਜੀ ਕਾਫੀ ਡਿਫਰੈਂਟ ਹੈ ਇਸ ਵਾਰ, ਜੀ। ਬਿਕੋਜ਼ ਉਹ ਲੋਕ ਬਹੁਤ ਟਰਾਈ ਜ਼ਰੂਰ ਕਰਦੇ ਨੇ, ਰੂਲਸ ਵੀ ਆਉਂਦੇ ਨੇ, ਹਾਂ ਲੇਕਿਨ ਜਿਹੜੀ ਸਾਡੀ ਡਿਮਾਂਡ ਹੈ ਉਹ ਫਿਰ ਵੀ ਬਹੁਤ ਜ਼ਿਆਦਾ ਹੈ। ਓਕੇ, ਜੋ ਸਾਡਾ ਟਾਈਮ ਇੱਥੇ ਲਿੱਤਾ ਜਾਂਦਾ ਹੈ ਘਰ ਬਣਾਉਣ 'ਚ, ਉਹ ਇੰਨਾ ਸਫੀਸ਼ੀਐਂਟ ਨਹੀਂ ਹੈਗਾ ਕਿ ਉਸ ਡਿਮਾਂਡ ਨੂੰ ਅਚੀਵ ਕੀਤੀ ਪੂਰਾ ਕਰ ਜਾਏ। ਸਕੇ। ਹਾਂਜੀ Okay. ਹਾਂਜੀ। ਓਕੇ, ਸੋ ਕੋਸ਼ਿਸ਼ ਜ਼ਰੂਰ ਹੈ, ਕਿਤੇ ਨਾ ਕਿਤੇ ਫਰਕ ਵੀ ਪੈਂਦਾ ਹੈ, ਲੇਕਿਨ ਇਨ ਦ ਐਂਡ ਅਸੀਂ ਲੋਕ ਤਰੀਕੇ ਵੀ ਲੱਭ ਲੈਂਦੇ ਆ। ਚੋਰ ਮੋਰੀਆਂ ਲੱਭ ਲੈਂਦੇ ਆ। ਹਾਂਜੀ। ਦੋਸਤੋ, ਲਾਇਸੈਂਸਡ ਸੇਲ ਪਰਸਨ ਨੇ ਜਪਨੀਤ ਕੌਰ, ਇਹਨਾਂ ਦੇ ਨਾਲ ਜਿਵੇਂ ਪਹਿਲਾਂ ਮੈਂ ਜ਼ਿਕਰ ਕੀਤਾ ਕਿ ਤੁਸੀਂ ਰਾਬਤਾ ਕਰਨਾ ਹੋਵੇ, ਰੇ ਵਾਈਟ ਕਰਾਕਾ ਦੇ ਵਿੱਚ ਆਪਣਾ ਫਰਜ਼ ਨਿਭਾ ਰਹੇ ਨੇ ਔਰ ਇੱਕ ਵਧੀਆ ਮਿਸ਼ਨ ਦੇ ਨਾਲ ਜੁੜੇ ਹੋਏ ਨੇ। ਪ੍ਰਮਾਤਮਾ ਕਰੇ ਇਹਨਾਂ ਦੇ ਮਿਸ਼ਨ ਨੂੰ ਹੋਰ ਕਾਮਯਾਬੀ ਮਿਲੇ। ਜਿਹੜੇ ਸਾਡੇ ਲੋਕ ਨੇ, ਸਾਡੀ ਜਿਹੜੀ ਕਮਿਊਨਿਟੀ ਹੈ, ਉਹ ਇਸ ਚੀਜ਼ ਨੂੰ ਜ਼ਰੂਰ ਰੈਕਗਨਾਈਜ਼ ਕਰੇ। 022680738 ਜਾਂ ਫਿਰ ਲੈਂਡਲਾਈਨ ਨੰਬਰ ਹੈ ਜੀ, ਬੜਾ ਸੌਖਾ ਜਿਹਾ, 269 0668। 09 ਕੋਡ ਲਗਾਉਣਾ ਨਾ ਭੁੱਲਣਾ ਜੇਕਰ ਆਕਲੈਂਡ ਦੇ ਬਾਹਰੋਂ ਤੁਸੀਂ ਕਾਲ ਕਰਦੇ ਹੋ। 269 0668 ਦੇ ਉੱਤੇ ਲੈਂਡਲਾਈਨ ਦੇ ਉੱਤੇ ਵੀ ਸੰਪਰਕ ਕਰ ਸਕਦੇ ਹੋ। ਤੇ ਜਿਹੜੇ ਲੋਕ ਈਮੇਲ ਦੇ ਰਾਹੀਂ ਸੰਪਰਕ ਕਰਨਾ ਚਾਹੁੰਦੇ ਨੇ, ਉਹ ਯਾਦ ਰੱਖਣ Japneet JAPNEET.KAURTHORPE@rayvite.com ਇਹ ਈਮੇਲ ਐਡਰੈਸ ਹੈ ਜੀ। ਸੋ ਜਪਨੀਤ ਕੌਰ ਹੁਣੀ ਜਿਹੜੇ ਨੇ ਉਹ ਬਹੁਤ ਪ੍ਰੋਫੈਸ਼ਨਲ ਤਰੀਕੇ ਦੇ ਨਾਲ ਤੁਹਾਨੂੰ ਪ੍ਰੋਪਰਟੀ ਵੇਚਣ ਜਾਂ ਖਰੀਦਣ ਦੇ ਵਿੱਚ ਆਪਣਾ ਮਸ਼ਵਰਾ ਦਿੰਦੇ ਨੇ। ਜਪਨੀਤ, ਜਿਹੜੀ ਟੀਮ ਹੈ ਤੁਹਾਡੀ, ਓਬਵੀਅਸਲੀ ਇੱਕ ਦੂਸਰੇ ਦਾ ਬੜਾ ਆਸਰਾ ਹੁੰਦਾ, ਇੱਕ ਦੂਜੇ ਨੂੰ ਸਪੋਰਟ ਕਰਦੇ ਹੋ ਤੁਸੀਂ। ਖਾਸ ਤੌਰ 'ਤੇ ਮੈਂ ਇਹ ਗੱਲ ਪੁੱਛਦਾ ਹੁੰਦਾ ਵੀ ਮੋਰਗੇਜ ਸੰਬੰਧੀ ਜਾਂ ਹੋਰ ਮਾਮਲੇ ਜਿਹੜੇ ਵੀ ਪ੍ਰੋਪਰਟੀ ਖਰੀਦਣ ਵੇਲੇ ਸਾਨੂੰ ਜ਼ਰੂਰਤ ਪੈਂਦੀ ਆ, ਉਹ ਈਜ਼ੀਲੀ ਤੁਹਾਡੇ ਨਾਲ ਫਿਰ ਅਵੇਲੇਬਲ ਹੈਗੇ ਆ ਜੇ ਕਿਤੇ ਜ਼ਰੂਰਤ ਪੈਂਦੀ ਆ ਸਾਡੇ ਸੁਣਨ ਵਾਲਿਆਂ ਨੂੰ? ਸੋ ਕਿੱਦਾਂ ਇਹ ਸਿਸਟਮ ਕੰਮ ਕਿੱਦਾਂ ਕਰਦਾ ਅਸਲ 'ਚ ਲੋਨ ਅਪਰੂਵਲ ਦੇ ਵਾਸਤੇ ਜਾਂ ਬਾਕੀ ਚੀਜ਼ਾਂ ਲਈ? ਉਹ ਵੀ ਤੁਸੀਂ ਥੋੜੀ ਬਹੁਤ ਹੈਲਪ ਕਰਦੇ ਹੋ? ਦੇਖੋ, ਡੈਫੀਨਿਟਲੀ ਜੇ ਤੁਸੀਂ ਮੌਰਗੇਜ ਦੀ ਗੱਲ ਕਰਦੇ ਹੋ, I am not expert. Yes. ਲੇਕਿਨ I can put you through right people. Yes. ਜਿਹੜੀ ਤੁਹਾਨੂੰ ਉਹਦੀ ਰਾਈਟ ਸਲਾਹ ਦੇ ਸਕਦੇ ਹੈ। Very good. ਹਾਂਜੀ। ਸੋ ਡੈਫੀਨਿਟਲੀ ਕੰਟੈਕਟਸ ਹੁੰਦੇ ਨੇ, ਮੌਰਗੇਜ ਬ੍ਰੋਕਰ ਹੁੰਦੇ ਨੇ, ਉਹ ਤੁਹਾਨੂੰ ਬਿਲਕੁਲ ਹੈਲਪ ਕਰ ਸਕਦੇ ਨੇ। ਵੈਰੀ ਗੁੱਡ। ਜਪਨੀਤ, ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇਸ ਫੀਲਡ ਦੇ ਵਿੱਚ ਔਰ ਕਿੱਦਾਂ ਦਾ ਮਹਿਸੂਸ ਹੁੰਦਾ ਸੋ ਫਾਰ ਰੀਅਲ ਐਸਟੇਟ ਦੇ ਵਿੱਚ ਕੰਮ ਕਰਕੇ, ਲੋਕਾਂ ਨਾਲ ਇੰਟਰੈਕਟ ਕਰਕੇ? ਬਿਕਾਜ਼ ਤੁਸੀਂ ਐਵਰੀ ਡੇ ਵੱਖ-ਵੱਖ ਕਿਸਮ ਦੇ ਲੋਕਾਂ ਨੂੰ, ਵੱਖ-ਵੱਖ ਉਮਰ ਦੇ ਵਰਗ ਦੇ ਲੋਕਾਂ ਦੇ ਨਾਲ ਇੰਟਰੈਕਟ ਕਰਦੇ ਹੋ। ਸੋ ਕਮਿਊਨਿਟੀ ਦੇ ਵਿੱਚ ਇੰਟਰੈਕਸ਼ਨ ਜਿਹੜੀ ਹੈ, ਇਹਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ? ਕਿੱਦਾਂ ਦਾ ਲੱਗਦਾ? ਮੈਨੂੰ 2 ਸਾਲ ਹੋ ਗਏ ਨੇ ਇਸ ਇੰਡਸਟਰੀ ਦੇ ਅੰਦਰ। ਅੱਛਾ। ਐਂਡ ਇੱਕ ਬੜੀ ਪੋਜ਼ਿਟਿਵ ਫੀਲਿੰਗ ਹੈ ਜਦੋਂ ਤੁਸੀਂ ਕਿਸੇ ਨੂੰ ਹੈਲਪ ਕਰਦੇ ਹੋ ਨਾ, ਉਹਨਾਂ ਦੀ ਪ੍ਰੀਮੀਅਮ ਪ੍ਰਾਈਸ ਅਚੀਵ ਕਰਨ 'ਚ ਘਰ ਦੀ ਜਰਨੀ ਲਈ। ਅੱਛਾ। ਜਾਂ ਫਰਸਟ ਹੋਮ ਬਾਇਰਸ ਨੂੰ ਜਦੋਂ ਘਰ ਲੱਭ ਕੇ ਦੇਈਦਾ ਹੈ, ਜਿਹੜੀ ਉਹਨਾਂ ਦੇ ਅੱਖਾਂ 'ਚ ਜਿਹੜੀ ਖੁਸ਼ੀ ਹੁੰਦੀ ਹੈ ਨਾ, ਜਿਹੜੀ ਸੰਤੁਸ਼ਟੀ ਹੁੰਦੀ ਕਿ ਹਾਂ, that is what keeps you going. Very good. So ਮੇਰੀ ਜਰਨੀ, ਮੇਰਾ ਮੇਨ ਏਮ ਇਹੀ ਹੈ, how can I help the people. Very good, very good. ਸੋ ਦੋਸਤੋ, ਜਪਨੀਤ ਉਹਨਾਂ ਦੇ ਬਾਰੇ ਜਿਵੇਂ ਪਹਿਲਾਂ ਮੈਂ ਇੰਟਰਵਿਊ ਦੇ ਵਿੱਚ ਜ਼ਿਕਰ ਕੀਤਾ, ਇੱਕ ਵਧੀਆ ਪ੍ਰੋਫੈਸ਼ਨਲ ਰੀਅਲ ਐਸਟੇਟ ਦੇ ਖੇਤਰ ਦੇ ਵਿੱਚ ਉਹਨਾਂ ਨੇ ਆਪਣਾ ਨਾਮ ਪੈਦਾ ਕੀਤਾ ਤੇ ਗਾਂ ਵੀ ਕਰਨਾ। ਲੇਕਿਨ ਜਿਹੜਾ ਉਹਨਾਂ ਦਾ ਮਿਸ਼ਨ ਹੈ, ਉਹਦੇ ਵਿੱਚ ਵੀ ਤੁਸੀਂ ਉਹਨਾਂ ਦੀ ਹੈਲਪ ਕਰ ਸਕਦੇ ਹੋ ਜੇਕਰ ਉਹਨਾਂ ਦੇ ਨਾਲ ਤੁਸੀਂ ਕੋਈ ਵੀ ਇੱਦਾਂ ਦੀ ਡੀਲ ਕਰਦੇ ਹੋ ਜਿਸ ਪ੍ਰੋਪਰਟੀ ਵੇਚਣ ਜਾਂ ਖਰੀਦਣ ਦੇ ਲਈ, ਤੁਸੀਂ ਉਹਨਾਂ ਨੂੰ ਸੰਪਰਕ ਕਰੋ। ਹਰਕੀਰਤ ਸਿੰਘ ਨੇ ਲਿਖਦੇ ਨੇ, ਜਪਨੀਤ ਹੈਜ਼ ਦ ਰਾਈਟ ਵਰਕ ਐਥਿਕ, she made the process really easy and took away so much of stress, highly recommended, God bless you. So thank you ਹਰਕੀਰਤ ਜੀ, ਕਿਉਂਕਿ ਸਾਡੇ ਭਾਈਚਾਰੇ ਦੇ ਵਿੱਚ ਜਦੋਂ ਮੈਨੂੰ ਇਹ ਗੱਲ ਕਹਿਣ ਦੀ ਇਜਾਜ਼ਤ ਦਿਓ ਕਿ ਜਿਹੜੀ ਵੂਮਨ ਐਮਪਾਵਰਮੈਂਟ ਦੀ ਗੱਲ ਆ, ਉਹ ਕਈ ਵਾਰੀ ਸਿਰਫ ਕਾਗਜ਼ਾਂ 'ਚ ਰਹਿ ਜਾਂਦੀ ਆ। ਸੋ ਮੈਨੂੰ ਇਹ ਲੱਗਦਾ ਕਿ
ਇੱਥੇ ਜਦੋਂ ਅਸੀਂ ਆਪਣੇ ਦੇਸ਼ ਪੰਜਾਬ ਦੀਆਂ ਉਹਨਾਂ ਕੁੜੀਆਂ ਨੂੰ ਇੱਥੇ ਆ ਕੇ ਵੱਖ-ਵੱਖ ਖੇਤਰਾਂ ਦੇ ਵਿੱਚ ਕੰਮ ਕਰਦੀਆਂ ਦੇਖਦੇ ਹਾਂ, ਉਹਨਾਂ ਨੂੰ ਕਾਮਯਾਬ ਹੁੰਦੀਆਂ ਦੇਖਦੇ ਹਾਂ, ਤੇ ਸਾਡੇ ਵੀ ਜਿਹੜੇ ਸਿਰ ਨੇ ਉਹ ਮਾਣ ਨਾਲ ਉੱਚੇ ਹੁੰਦੇ ਆ। ਸੋ ਪ੍ਰਮਾਤਮਾ ਕਰੇ ਤੁਸੀਂ ਇਹਦੇ ਚੜ੍ਹਦੀ ਕਲਾ ਦੇ ਵਿੱਚ ਰਹੋ। ਖਾਸ ਤੌਰ ਤੇ ਜਿਹੜਾ ਮਿਸ਼ਨ ਤੁਸੀਂ ਸ਼ੁਰੂ ਕੀਤਾ ਉਹਨੂੰ ਦੇਖ ਕੇ, ਉਹਦੇ ਬਾਰੇ ਸੁਣ ਕੇ, ਮੈਂ ਪਹਿਲੀ ਵਾਰੀ ਇਦਾਂ ਸੁਣਿਆ, ਮੈਨੂੰ ਪਤਾ ਨਹੀਂ ਸੀ ਪਹਿਲਾਂ, ਐਂਡ ਦਿਸ ਵਾਸ ਸੱਚ ਅ ਪਲੇਜ਼ੈਂਟ ਸਰਪ੍ਰਾਈਜ਼। ਬਹੁਤ ਵਧੀਆ ਲੱਗਾ, ਔਰ ਪ੍ਰਮਾਤਮਾ ਤੁਹਾਨੂੰ ਤੁਹਾਡੇ ਮਿਸ਼ਨ 'ਚ ਵੀ ਕਾਮਯਾਬ ਕਰੇ, ਔਰ ਸਾਡੇ ਲੋਕਾਂ ਨੂੰ ਜਿੱਥੇ ਕਿਤੇ ਵੀ ਜ਼ਰੂਰਤ ਹੈ, ਕਿਉਂਕਿ ਤੁਸੀਂ ਇਸ ਖੇਤਰ ਦੇ ਵਿੱਚ ਕੁਆਲੀਫਾਈਡ ਹੋ, ਤੁਸੀਂ ਬੈਟਰ ਗਾਈਡ ਕਰ ਸਕਦੇ ਹੋ, ਜੋ ਬੈਸਟ ਪੋਸੀਬਲ ਜੋ ਵੀ ਹੈਲਪ ਹੋ ਸਕਦੀ ਆ ਉਸ ਨੂੰ ਲਗਾਤਾਰ ਬਰਕਰਾਰ ਰੱਖਣਾ। ਆਖਰ ਦੇ ਵਿੱਚ ਸਾਡੇ ਜਿਹੜੇ ਸੁਣਨ ਵਾਲੇ ਤੇ ਦੇਖਣ ਵਾਲੇ ਮਿੱਤਰ ਪਿਆਰੇ ਨੇ, ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਤੁਸੀਂ? ਇੱਕ ਛੋਟਾ ਜਿਹਾ ਮੈਸੇਜ ਹੈ, ਜੇ ਤੁਹਾਨੂੰ ਕੋਈ ਵੀ ਰੀਅਲ ਏਸਟੇਟ ਦੀ ਨੀਡ ਹੈ, ਜੇ ਤੁਸੀਂ ਘਰ ਵੇਚਣਾ ਹੈ, ਖਰੀਦਣਾ ਹੈ, ਇੱਕ ਵਾਰੀ ਇੱਕ ਫੋਨ ਕਰਕੇ ਤੁਸੀਂ ਜ਼ਰੂਰ ਸਲਾਹ ਪੁੱਛੋ। ਉਹ ਤੁਹਾਨੂੰ ਕੋਈ ਕੋਸਟ ਨਹੀਂ ਹੁੰਦਾ। ਜੇ ਤੁਹਾਨੂੰ ਆਪਣਾ ਘਰ ਨਹੀਂ ਵੀ ਨਿਕਾਲਣਾ, ਲੇਕਿਨ ਫ੍ਰੀ ਅਪਰੇਜ਼ਲ ਚਾਹੀਦਾ ਹੈ ਜਸਟ ਜਾਣਨ ਲਈ ਕਿ ਤੁਹਾਡੇ ਘਰ ਦੀ ਕਿੱਥੇ ਵੈਲਿਊ ਹੈ ਮਾਰਕੀਟ 'ਚ, ਤਾਂ ਕਿ ਕੋਈ ਤੁਹਾਨੂੰ ਗਲਤ ਵੇ ਨਾ ਆ ਕੇ ਨਾ ਕਹੇ ਕਿ ਅਸੀਂ ਤੁਹਾਨੂੰ ਇੰਨੇ ਪੈਸੇ ਦੇ ਦਾਂਗੇ। ਇੱਕ ਵਾਰੀ ਇੱਕ ਜ਼ਰੂਰ ਰਿਟਨ ਅਪਰੇਜ਼ਲ ਲੈ ਕੇ ਇੱਕ ਫੋਨ ਜ਼ਰੂਰ ਕਰਨਾ, ਐਂਡ ਇਟ ਇਜ਼ ਫ੍ਰੀ ਆਫ ਕਾਸਟ, ਇਟ ਡਸਨਟ ਕਾਸਟ ਯੂ ਐਨੀਥਿੰਗ। ਵੈਰੀ ਨਾਈਸ, ਵੈਰੀ ਨਾਈਸ। ਦੋਸਤੋ, ਇਹ ਗੱਲਾਂ ਹੋ ਰਹੀਆਂ ਸਨ ਗੁਰੂ ਕੀ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਪਿਛੋਕੜ ਰੱਖਣ ਵਾਲੀ ਜਪਨੀਤ ਕੌਰ ਦੇ ਨਾਲ। ਮੈਂ ਫਿਰ ਯਾਦ ਕਰਾਂਗਾ ਕਿ ਕਰਾਕਾ ਜਿਹੜਾ ਬਹੁਤ ਸੋਹਣਾ ਇਲਾਕਾ, ਕਰਾਕਾ ਦੇ ਵਿੱਚ ਰੇ ਵਾਈਟ ਦੇ ਨਾਲ ਆਪਣੀ ਸੇਵਾ ਨਿਭਾ ਰਹੀ ਜਪਨੀਤ ਕੌਰ ਦੇ ਨਾਲ ਤੁਸੀਂ ਇੱਕ ਵਾਰ ਜ਼ਰੂਰ ਸੰਪਰਕ ਕਰਨਾ। ਸਾਡੇ ਫੇਸਬੁੱਕ ਪੇਜ ਦੇ ਉੱਤੇ ਅਸੀਂ ਜਪਨੀਤ ਦੀਆਂ ਜਿਹੜੀਆਂ ਵੱਖ-ਵੱਖ ਲਿਸਟਿੰਗਸ ਨੇ ਉਹਨਾਂ ਨੂੰ ਵੀ ਬਹੁਤ ਜਲਦ ਸ਼ੇਅਰ ਕਰ ਦਾਂਗੇ। ਸੋ ਤੁਸੀਂ ਜ਼ਰੂਰ ਇਹਨਾਂ ਨੂੰ ਸਹਿਯੋਗ ਦੇਣਾ, ਕਿਉਂਕਿ ਜੇਕਰ ਆਪਣੇ ਭਾਈਚਾਰੇ ਦੇ ਵਿੱਚ ਆਪਾਂ ਆਪਣੇ ਬੱਚਿਆਂ ਨੂੰ, ਨੌਜਵਾਨਾਂ ਨੂੰ ਸਹਿਯੋਗ ਦੇਵਾਂਗੇ ਤਾਂ ਹੀ ਜਿਹੜੀ ਅਗਲੀ ਪੀੜ੍ਹੀ ਹੈ ਉਹ ਸਾਡੇ ਨਾਲ ਆਪਣਾ ਸਹਿਯੋਗ ਕਰੇਗੀ। ਸੋ ਅੱਗੇ ਚੱਲ ਕੇ ਕਮਿਊਨਿਟੀ ਦੇ ਵੱਖ-ਵੱਖ ਜਿਹੜੇ ਸਮਾਜਿਕ ਕਾਰਜ ਨੇ, ਧਾਰਮਿਕ ਕਾਰਜ ਨੇ ਜਾਂ ਸਪੋਰਟਸ ਇਵੈਂਟਸ ਨੇ, ਉਹਨਾਂ ਦੇ ਵਿੱਚ ਅਸੀਂ ਜਪਨੀਤ ਕੌਰ ਉਹਨਾਂ ਨੂੰ ਵੱਧ ਤੋਂ ਵੱਧ ਦੇਖਣਾ ਚਾਹਾਂਗੇ। ਤੇ ਸਾਨੂੰ ਬੜੀ ਉਮੀਦ ਹੈ ਕਿ ਭਾਈਚਾਰਾ ਵੀ ਤੁਹਾਨੂੰ ਸਹਿਯੋਗ ਕਰੇਗਾ ਤਾਂ ਕਿ ਤੁਸੀਂ ਕੁਛ ਨਾ ਕੁਛ ਪੇ ਬੈਕ ਕਮਿਊਨਿਟੀ ਨੂੰ ਵੀ ਕਰ ਸਕੋ। ਥੈਂਕ ਯੂ ਵੈਰੀ ਮਚ। ਤੁਸੀਂ ਕਰ ਹੀ ਰਹੋ ਵੈਸੇ ਤਾਂ, ਲੇਕਿਨ ਕੀਪ ਇਟ ਅਪ। ਵੈਲ ਡਨ। ਥੈਂਕ ਯੂ ਸੋ ਮਚ ਜਪਨੀਤ, ਬਹੁਤ ਚੰਗਾ ਲੱਗਾ। ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਦੋਸਤੋ।